फ्रेंड्स अज आप कर रहे हैं क्लास 8 की एक्सरसाइज 4.1 एंड जो चैप्टर 4 है ये सारा डाटा हैंडलिंग के बारे है। आप देखते हैं एक्सरसाइज 4.1 इस चैप्टर के सानू रॉ डाटा दिता होएगा जी, जिदा कि नंबर दिते हुए ने 1 2 1 5 6 2 1 ये जो डाटा दिता होया है। ठीक है जी, ये नंबर ऑफ चिल्ड्रन ने 40 फैमिलीज। ठीक है जी, ये इस तरह का रॉ डाटा होएगा अपने कोल। आप उस रॉ डाटा ਨੂੰ रिप्रेजेंट करना होएगा इन अदर फॉर्म। ठीक है जी, किसी भी फॉर्म ਦੇ ਵਿੱਚ ਕਹਿ ਸਕਦੇ ਆ ਜਿੱਦਾਂ ਕਿ ਐਕਸਰਸਾਈਜ਼ 4.1 ਦੇ ਵਿੱਚ ਆਪਾਂ ਨੂੰ ਇਹਨਾਂ ਨੇ ਫ੍ਰੀਕੁਐਂਸੀ डिस्ट्रीब्यूशन ਦੀ ਫਾਰਮ ਦੇ ਵਿੱਚ ਕਿਹਾ ਹੈਗਾ ਇਹ ਡਾਟਾ ਰਿਪਰੈਜ਼ੈਂਟ ਕਰਨ ਨੂੰ। ਹਾਂਜੀ ਹੁਣ ਦੇਖੋ ਫਸਟ ਸਮ ਜੋ ਹੈ ਐਕਸਰਸਾਈਜ਼ 4.1 ਦਾ ਇਹ ਹੈ ਫੋਲੋਇੰਗ ਡਾਟਾ ਗਿਵਸ ਦ ਨੰਬਰ ਆਫ ਚਿਲड्रन ਇਨ 40 ਫੈਮਿਲੀਜ਼। 40 ਫੈਮਿਲੀਜ਼ ਦੇ ਵਿੱਚ ਨੰਬਰ ਆਫ ਚਿਲड्रन ਦਿੱਤੇ ਹੋਏ ਨੇ ਜੀ 1 2 1 5 6 2 1 3 5 4 ਐਂਡ ਸੋ ਔਨ। ਲਾਈਕ ਆਪਾਂ ਨੇ ਇੱਕ ਟੇਬਲ ਤਿਆਰ ਕਰਨਾ ਹੋਏਗਾ। ਠੀਕ ਹੈ ਜੀ, ਜਿਹਦੇ ਵਿੱਚ ਇਹ ਡਾਟਾ ਆਪਾਂ ਨੇ ਫ੍ਰੀਕੁਐਂਸੀ डिस्ट्रीब्यूशन ਦੀ ਫਾਰਮ ਦੇ ਵਿੱਚ ਰਿਪਰੈਜ਼ੈਂਟ ਕਰਨਾ ਹੈ। ਤੇ ਇਹਨੂੰ ਸੋਲਵ ਕਰਨ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਰੇਂਜ फाइंड आउट करनी पैगी। सब तो छोटी रेंज की है तो सब तो वड्डी तां ही आप टेबल बना सकते हैं। देखो जी सब तो छोटी 1 तो लोएस्ट की हो सकता है 0। ठीक है जी 0 है। हाँ जी ठीक है जी, लोएस्ट अपनी रेंज आ गई 0। कितनी है जी लोएस्ट 0 to 6। तो देखो कोई वड्डा नंबर है नहीं जी, 6 जो है वो बिगेस्ट वन है इत्थे, राइट मैक्सिमम नंबर है जो एक हाउस ਦੇ ਵਿੱਚ ਵੱਧ ਤੋਂ ਵੱਧ ਜਿਹੜੇ ਕਾਊਂਟਿੰਗ ਆ ਬੱਚਿਆਂ ਦੀ ਕਿੰਨੀ ਹੈ 6। ਚਲੋ ਆਪਾਂ ਸਟਾਰਟ ਕਰਦੇ ਹਾਂ ਟੇਬਲ ਬਣਾਉਣਾ। ਪਹਿਲਾਂ ਤਾਂ ਲਿਖਾਂਗੇ ਆਪਾਂ ਨੰਬਰ ਆਫ ਚਿਲड्रन ਫਸਟ ਕਾਲਮ ਦੇ ਵਿੱਚ। ਠੀਕ ਹੈ ਜੀ 0 1 2 3 4 5 6 6 ਤੱਕ ਹੈ ਨਾ, ਨੰਬਰਿੰਗ ਦੇ ਲਾਂਗੇ। ਅਗਲਾ ਕਾਲਮ ਆਪਾਂ ਬਣਾਉਣਾ ਹੈ ਜੀ ਟੈਲੀ ਮਾਰਕਸ ਦਾ ਤੇ ਅਗਲਾ ਹੋਏਗਾ ਫ੍ਰੀਕੁਐਂਸੀ ਦਾ। ਹਾਂਜੀ ਸਟਾਰਟ ਕਰਦੇ ਹਾਂ ਟੈਲੀ ਮਾਰਕਸ ਕਾਊਂਟ ਕਰਨਾ। ਦੇਖੋ ਫਸਟ ਫੈਮਿਲੀ ਚ ਨੰਬਰ ਆਫ ਚਿਲड्रन 1 ਤਾਂ ਆਪਾਂ 1 ਵਾਲੇ ਕਾਲਮ ਦੇ ਅੱਗੇ ਟੈਲੀ ਮਾਰਕਸ ਚ 1 ਲਿਖਾਂਗੇ। ਨੈਕਸਟ 2 2 ਵਾਲੇ ਕਾਲਮ ਚ 1, ਥਰਡ ਚ ਅਗੇਨ 1 1 ਵਾਲੇ ਕਾਲਮ ਚ। ਨੈਕਸਟ 5 ਫਿਫਥ ਕਾਲਮ ਚ 5 ਵਾਲੇ ਕਾਲਮ ਦੇ ਅੱਗੇ 1, ਨੈਕਸਟ 6, ਨੈਕਸਟ 2, ਨੈਕਸਟ 1 again 3, next 5, next 4, next 2, next 6, next 1 3, next 0 2 4 0 and 0 2 3 2 0 4 1 4 2 and again 2 3 2 1 0 5 4 2 4 3 6 2 1 and 2। फ्रीक्वेंसी काउंट करके लिखते हैं जी। देखो 0 की फ्रीक्वेंसी कितनी है 5, 1 ग्रुप ऑफ 5 है राइट। तो 1 की 5 + 1 6, 2 की 5 5 10 11 12, 3 5 4 6 5 3 and 6 again 3। ਤੇ ਤੁਹਾਡਾ ਟੋਟਲ ਕਿੰਨਾ ਆਏਗਾ ਜਦੋਂ ਕਾਊਂਟ ਕਰੋਗੇ ਜੀ ਇਹਨਾਂ ਦਾ 40 40 40। ਅਗਰ ਨੰਬਰ ਆਫ ਫੈਮਿਲੀਜ਼ ਇਹਦੇ ਟੋਟਲ ਦੇ ਇਕੁਅਲ ਆ ਜਾਂਦਾ ਫ੍ਰੀਕੁਐਂਸੀ ਦਾ, ਇਟ ਮੀਨ ਤੁਹਾਡਾ ਸਮ ਜੋ ਹੈ ਉਹ ਸਹੀ ਹੈ ਤੇ ਇਹਦੇ ਵਿੱਚ ਤੁਸੀਂ ਕੋਈ ਵੀ ਮਿਸਟੇਕ ਨਹੀਂ ਕੀਤੀ। ਹਾਂਜੀ ਚੱਲਦੇ ਹਾਂ ਸੈਕੰਡ ਸਮ ਤੇ। ਇਨ ਸਟੱਡੀ ਆਫ ਨੰਬਰ ਆਫ ਐਕਸੀਡੈਂਟ ਪਰ ਡੇ। ਨੰਬਰ ਆਫ ਐਕਸੀਡੈਂਟ ਦਿੱਤੇ ਹੋਏ ਨੇ ਇੱਕ ਦਿਨ ਦੇ ਵਿੱਚ ਕਿੰਨੇ ਹੁੰਦੇ ਆ। ਦ ਆਬਜ਼ਰਵੇਸ਼ਨ ਫॉर 30 ਡੇਜ਼ 30 ਦਿਨ ਆਬਜ਼ਰਵੇਸ਼ਨ ਕੀਤੀ ਗਈ ਵਰ obtained as follow। ਠੀਕ ਹੈ ਜੀ 6 5 6 3 5 4 5 2 4 3 ਇਹ ਨੰਬਰ ਦਿੱਤੇ ਹੋਏ ਨੇ ਐਵਰੀ ਡੇ ਜੋ ਐਕਸੀਡੈਂਟ ਹੋਏ। ਪ੍ਰਪੇਅਰ ਅ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਟੇਬਲ। ਟੇਬਲ ਬਣਾਉਣਾ ਹੈ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਰਾਈਟ। ਸਭ ਤੋਂ ਪਹਿਲਾਂ ਲਿਖਾਂਗੇ ਜੀ ਨੰਬਰ ਆਫ ਐਕਸੀਡੈਂਟ ਪਰ ਡੇ ਫਸਟ ਕਾਲਮ ਦੇ ਵਿੱਚ, ਸੈਕੰਡ ਦੇ ਵਿੱਚ ਆ ਜਾਏਗਾ ਟੈਲੀ ਮਾਰਕਸ ਐਂਡ ਥਰਡ ਦੇ ਵਿੱਚ ਫ੍ਰੀਕੁਐਂਸੀ ਰਾਈਟ। ਹਾਂਜੀ ਕਰਦੇ ਹਾਂ ਸਟਾਰਟ। ਆਪਾਂ ਦੇਖੋ ਲਿਖੋ ਜੋ ਨੰਬਰ ਜੋ ਵੀ ਨੰਬਰ ਦਿੱਤਾ ਹੋਇਆ ਹੈ ਆਪਾਂ ਉਸ ਨੰਬਰ ਦੇ ਅੱਗੇ ਟੈਲੀ ਮਾਰਕਸ ਵਾਲੇ ਕਾਲਮ ਦੇ ਵਿੱਚ ਆਪਾਂ ਲਿਖਦੇ ਹਾਂ। ਦੇਖੋ ਜੀ 6 1 ਟਾਈਮ ਤਾਂ ਹੀ ਆ ਗਿਆ। 6 ਵਾਲੇ ਕਾਲਮ ਦੇ ਅੱਗੇ ਲਿਖਾਂਗੇ 1 5 ਇੱਥੇ ਆ ਜਾਏਗਾ 1 ਅਗੇਨ 6 ਵਾਲੇ ਕਾਲਮ ਦੇ ਅੱਗੇ ਅਗੇਨ 3 ਅਗੇਨ 5 ਅਗੇਨ 2 ਅਗੇਨ ਐਂਡ ਨੈਕਸਟ 4 ਨੈਕਸਟ 3 4 ਅਗੇਨ 2 4 ਅਗੇਨ 2 1 ਨੈਕਸਟ 2 ਨੈਕਸਟ 0 ਅਗੇਨ 2 1 2 3 4 5 ਦਾ ਗਰੁੱਪ ਬਣ ਰਿਹਾ ਰਾਈਟ। 5 ਆਪਾਂ ਇਦਾਂ ਲਿਖਦੇ ਹਾਂ, ਤੁਹਾਨੂੰ ਪਤਾ ਟੈਲੀ ਮਾਰਕਸ ਦੇ ਵਿੱਚ ਅਗੇਨ 5। ਹਾਂਜੀ ਨੈਕਸਟ ਹੈ 5 6 4 3 0 6 5 ਅਗੇਨ 5 1 5 6 2 and 6। ਠੀਕ ਹੈ ਜੀ ਆਪਾਂ ਸਾਰਾ ਕਾਲਮ ਤਿਆਰ ਕਰ ਲਿਆ ਜਿੱਦਾਂ ਆਪਾਂ ਨੰਬਰ ਦਿੱਤੇ ਹੋਏ ਸੀ ਉਹਦੇ ਅਕੋਰਡਿੰਗ। ਠੀਕ ਹੈ ਜੀ ਤੁਸੀਂ ਸਾਰੇ ਨੰਬਰਸ ਲਿਖਦੇ ਜਾਓਗੇ ਜਿੱਦਾਂ ਕਾਲਮ ਆ ਜਾਏਗਾ। ਠੀਕ ਹੈ ਹੁਣ ਟੈਲੀ ਮਾਰਕਸ ਆਪਾਂ ਫ੍ਰੀਕੁਐਂਸੀ ਕਾਊਂਟ ਕਰਕੇ ਲਿਖਣੀ ਹੈ ਜੀ ਕਿਹੜਾ ਨੰਬਰ ਕਿੰਨੇ ਟਾਈਮਸ ਆਇਆ ਹੈ। 0 2 ਟਾਈਮਸ, 1 3 ਟਾਈਮਸ, 2 1 2 3 4 5 ਦਾ ਗਰੁੱਪ ਪਲੱਸ 1 6 3 ਅਗੇਨ 3 ਟਾਈਮ 4 4 ਟਾਈਮਸ 5 6 ਟਾਈਮ ਰਾਈਟ। 5 + 1 6 6 ਅਗੇਨ 6 ਟਾਈਮ 5 + 1। ਠੀਕ ਹੈ ਜੀ ਟੋਟਲ ਕਰੋ 2 + 3 5 5 + 6 11 11 + 3 14 14 + 14 18 18 + 6 24 24 + 6 30। ਇਹ ਨੰਬਰ ਜੋ ਤੁਹਾਡਾ ਟੋਟਲ ਆ ਰਿਹਾ ਫ੍ਰੀਕੁਐਂਸੀ ਦਾ ਤੇ ਤੁਹਾਡਾ ਨੰਬਰ ਆਫ ਡੇਜ਼ ਨੇ ਜੋ ਜਾਂ ਇੱਥੇ
ਜੋ ਵੀ ਦਿੱਤੇ ਜਿੱਦਾਂ ਫਸਟ ਸਮ ਦੇ ਵਿੱਚ ਨੰਬਰ ਆਫ ਚਿਲਡਰਨ ਦਿੱਤੇ ਹੋਏ ਸੀਗੇ ਇਨ 40 ਹਾਊਸਸ ਰਾਈਟ 40 ਫੈਮਿਲੀਜ਼ ਦਿੱਤੇ ਹੋਏ ਸੀ। ਇਦਾਂ ਹੀ ਕਰਕੇ ਜੇ ਇਹ ਟੋਟਲ ਇਸ ਵਾਲੇ ਉੱਪਰ ਵਾਲੇ ਟੋਟਲ ਤੋਂ ਡਿਫਰੈਂਟ ਆ ਜਾਏਗਾ ਤਾਂ ਤੁਹਾਨੂੰ ਸਮ ਨੂੰ ਇਟ ਮੀਨਸ ਤੁਸੀਂ ਸਮ ਦੇ ਵਿੱਚ ਕੋਈ ਗਲਤੀ ਕੀਤੀ ਹੈ ਤੇ ਤੁਹਾਨੂੰ ਉਹਨੂੰ ਅਗੇਨ ਚੈੱਕ ਕਰਨਾ ਚਾਹੀਦਾ ਹੈ। ਅਗਰ ਤੁਹਾਡਾ ਸਮ ਸਹੀ ਹੈ ਤਾਂ ਤੁਹਾਡਾ ਟੋਟਲ ਸਹੀ ਆਏਗਾ, ਐਗਜ਼ੈਕਟ ਮੈਚ ਕਰੇਗਾ। ਹਾਂਜੀ, ਥਰਡ ਸਮ, ਪ੍ਰੀਪੇਅਰ ਏ ਫ੍ਰੀਕੁਐਂਸੀ ਟੇਬਲ ਆਫ ਫੋਲੋਇੰਗ ਏਜਸ ਦਿੱਤੀਆਂ ਹੋਈਆਂ ਨੇ ਇਨ ਇਅਰਸ ਆਫ 25 ਸਟੂਡੈਂਟ ਆਫ ਕਲਾਸ 8th ਕਲਾਸ ਦੇ ਸਟੂਡੈਂਟ ਦੀਆਂ ਏਜਸ ਦਿੱਤੀਆਂ ਹੋਈਆਂ ਨੇ ਵੀ ਕਿੰਨੀ ਉਮਰ ਦੇ ਬੱਚੇ ਨੇ। 25 ਸਟੂਡੈਂਟ ਨੇ ਇਹਦੇ 8ਵੀਂ ਕਲਾਸ ਦੇ ਵਿੱਚ, ਠੀਕ ਹੈ ਜੀ। ਇਨ ਯੂਰ ਸਕੂਲ, ਤੁਹਾਡੇ ਸਕੂਲ ਦੇ ਵਿੱਚ ਮੰਨ ਲਓ ਫਸਟ ਸਟੂਡੈਂਟ ਜੋ 13 ਈਅਰ ਦਾ ਹੈ, ਦੂਸਰਾ 14 ਦਾ, ਥਰਡ 12 ਦਾ, ਫੋਰਥ 13 ਦਾ, ਇਦਾਂ ਹੀ ਏਜਾਂ ਦਿੱਤੀਆਂ ਹੋਈਆਂ ਨੇ, ਠੀਕ ਹੈ ਜੀ। ਤੇ ਆਪਾਂ ਨੇ ਪ੍ਰੀਪੇਅਰ ਏ ਫ੍ਰੀਕੁਐਂਸੀ ਟੇਬਲ, ਠੀਕ ਹੈ ਜੀ, ਇੱਕ ਫ੍ਰੀਕੁਐਂਸੀ ਟੇਬਲ ਬਣਾਉਣਾ ਹੈ, ਠੀਕ ਹੈ। ਪਹਿਲੀ ਗੱਲ ਤਾਂ ਉਹਨੇ ਆਪਾਂ ਨੂੰ ਕਹਿਤੀ ਏਜਸ ਇਨ ਈਅਰਸ। ਫਸਟ ਟੇਬਲ ਦੇ ਵਿੱਚ ਆਪਾਂ ਕੀ ਲਿਖਾਂਗੇ, ਏਜਸ ਇਨ ਈਅਰ, ਜਿਹੜਾ ਉਹਨਾਂ ਨੇ ਕਿਹਾ ਹੈ ਕਿ ਫ੍ਰੀਕੁਐਂਸੀ ਟੇਬਲ ਬਣਾਓ ਏਜਸ ਦਾ, ਠੀਕ ਹੈ ਜੀ। ਸੈਕੰਡ ਟੈਲੀ ਮਾਰਕਸ ਦਾ ਕਾਲਮ ਐਂਡ ਥਰਡ ਫ੍ਰੀਕੁਐਂਸੀ ਦਾ। ਤੇ ਇਹਦੇ ਵਿੱਚ ਆਪਾਂ ਨੇ ਕੀ ਪਤਾ ਕਰਨੀ ਹੈ, ਅਗੇਨ ਫਿਰ ਰੇਂਜ ਪਤਾ ਕਰਨੀ ਹੈ ਜੀ, ਠੀਕ ਹੈ ਜੀ। ਸਭ ਤੋਂ ਛੋਟੀ ਏਜ ਦੇਖੋ ਬੱਚਿਆਂ ਦੀ ਕਿੰਨੀ ਹੈ, 13 14 12 13 14 13 15। ਆਪਾਂ ਸਾਰਿਆਂ ਦੇ ਵਿੱਚ ਦੇਖੀਏ 13 14 14 12 16 14 13 14 16 15 14 13 13 17 12 13। ਸਭ ਤੋਂ ਛੋਟੀ ਉਮਰ ਕਿੰਨੀ ਹੈ ਜੀ, 12 ਈਅਰ ਹੈ, ਜੋ ਆਪਣੀ ਲੋਐਸਟ ਰੇਂਜ ਹੈ ਏਜ ਦੀ ਬੱਚਿਆਂ ਦੀ। ਤੇ ਮੈਕਸਿਮਮ ਕਿੰਨੀ ਗਈ ਹੈ, ਆਪਾਂ ਨੇ ਚੈੱਕ ਕੀਤਾ 16 ਤੇ ਮੈਕਸਿਮਮ ਕਿੰਨੀ ਹੈ 17 ਤੱਕ, ਠੀਕ ਹੈ ਜੀ। ਇਸੇ ਕਰਕੇ ਆਪਾਂ 12 13 14 15 16 17 ਤੱਕ 12 to 17 ਆਪਾਂ ਨੇ ਕਾਲਮ ਬਣਾਇਆ, ਠੀਕ ਹੈ ਜੀ। ਕਰਦੇ ਹਾਂ ਕਾਊਂਟ, ਟੈਲੀ ਮਾਰਕਸ ਲਿਖਦੇ ਹਾਂ ਬੱਚਿਆਂ ਦੀ ਏਜ ਦੇ ਅਕੋਰਡਿੰਗ। ਦੇਖੋ ਫਸਟ ਹੈ 13 ਈਅਰ, 13 ਵਾਲੇ ਕਾਲਮ ਚ ਟਿਕ ਕਰੋ। 14 14 12 ਵਾਲਾ ਹੈ 12, ਅਗੇਨ 13, ਅਗੇਨ 14 13 1, ਅਗੇਨ 15 1 14 1 13 1, ਅਗੇਨ 13, ਅਗੇਨ 14, ਅਗੇਨ 14 12 16 14 13 14 16 15 14 13 13 17 12 and 13। ਹਾਂਜੀ, ਹੁਣ ਆਪਾਂ ਕਾਊਂਟਿੰਗ ਕਰਕੇ ਲਿਖਾਂਗੇ। ਦੇਖੋ ਜੀ, ਟੈਲੀ ਮਾਰਕਸ ਦੀ ਕਾਊਂਟਿੰਗ ਕਰੋ 1 2 3। ਫ੍ਰੀਕੁਐਂਸੀ ਕੀ ਆ ਗਈ 12 ਦੀ 3, 13 ਦੀ 5 + 4 9, 14 ਦੀ 5 + 3 8, 15 ਦੀ 2, 16 ਦੀ 2 and 17 ਦੀ 1। ਟੋਟਲ ਕਰੋ ਜੀ, 9 + 3 12 + 8 20 22 24 + 1 25, ਰਾਈਟ। ਤੇ ਆਪਾਂ ਨੂੰ ਕਿੰਨੇ ਸਟੂਡੈਂਟ ਕਿਹਾ ਸੀ ਉਹਨਾਂ ਨੇ ਕਲਾਸ ਦੇ ਵਿੱਚ ਨੇਗੇ ਜਿਨ੍ਹਾਂ ਦੀ ਏਜ ਦੱਸੀ ਹੈ 25। ਹਾਂਜੀ, ਨੈਕਸਟ ਸਮ, ਦ ਸ਼ੌਪਰ ਹੂ ਕਮਸ ਟੂ ਏ departmental store are marked as man M, women W, girl G and boy B। ਇੱਕ ਸਟੋਰ ਦੇ ਵਿੱਚ ਆਉਣ ਵਾਲੇ ਕਹਿੰਦੇ ਜੋ ਸ਼ੌਪਰਸ ਨੇ, ਜੋ ਲੋਕ ਉੱਥੇ ਆਏ, ਉਹਨਾਂ ਦੀ ਲਿਸਟ ਹੈ ਇੱਥੇ ਜੀ। ਮੈਨ ਉਹਨਾਂ ਨੇ M ਨਾਲ ਲਿਖਤਾ, women ਨੂੰ W ਨਾਲ, girl ਨੂੰ G ਨਾਲ ਤੇ boy ਨੂੰ B ਨਾਲ, ਠੀਕ ਹੈ ਜੀ। The following list gives the shopper who came during the first hour in the morning। ਸਵੇਰੇ ਪਹਿਲੇ ਘੰਟੇ ਦੇ ਵਿੱਚ ਜਿਹੜੇ ਲੋਕ ਆਏ ਉਹਨਾਂ ਦੀ ਲਿਸਟ ਦੇ ਦਿੱਤੀ, ਠੀਕ ਹੈ ਜੀ। W W G W B M, ਠੀਕ ਹੈ ਜੀ। Prepare a frequency distribution table। ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਟੇਬਲ ਬਣਾਉਣਾ ਜੀ। ਪਹਿਲਾਂ ਲਿਖਾਂਗੇ ਆਪਾਂ ਕੀ ਦਿੱਤਾ ਹੋਇਆ ਆਪਾਂ ਨੂੰ, ਸ਼ੌਪਰਸ, ਠੀਕ ਹੈ ਜੀ। ਉਹਦੇ ਵਿੱਚ ਕਿੱਦਾਂ ਦਿੱਤੇ ਹੋਏ ਨੇ ਆਪਾਂ ਨੂੰ ਉਹ ਮੈਨ, ਵੀਮਨ, ਗਰਲ ਤੇ ਬॉयਜ਼ ਦੀ ਫਾਰਮ ਦੇ ਵਿੱਚ, ਰਾਈਟ। ਲਿਖ ਲਿਆ ਜੀ, ਮੈਨ, ਵੀਮਨ, ਬॉय, ਗਰਲ, ਠੀਕ ਹੈ ਜੀ। ਹਾਂਜੀ, ਟੈਲੀ ਮਾਰਕਸ ਬਣਾਵਾਂਗੇ ਤੇ ਫ੍ਰੀਕੁਐਂਸੀ ਉਸ ਤੋਂ ਅੱਗੇ ਕਾਊਂਟ ਕਰਨੀ ਪਏਗੀ, ਠੀਕ ਹੈ। ਫਸਟ ਆਰ ਦੇ ਵਿੱਚ ਦਿੱਤੇ ਹੋਏ ਨੇ ਕਿੰਨੇ ਲੋਕ ਆਏ ਆ। ਹਾਂਜੀ, ਕਾਊਂਟ ਕਰਦੇ ਹਾਂ। ਫਸਟ ਹੈ W, ਰਾਈਟ। ਇੱਥੇ ਲਿਖਾਂਗੇ ਫ੍ਰੀਕੁਐਂਸੀ ਟੇਬਲ 'ਚ 1। ਨੈਕਸਟ ਫੀਲਡ ਵੀਮਨ, ਅਗੇਨ ਗਰਲ, फिर women, फिर boy, man, girl, women, again women, again man, women, again girl, again boy, again man, again women, boy, girl, man, women, man, boy, women, man, girl, women, girl, women, man, women, man, girl, man, women। ਹਾਂਜੀ, ਟੋਟਲ ਕਰਦੇ ਹਾਂ ਹੁਣ ਆਪਾਂ। ਦੇਖੋ ਜੀ, 5 10 15, 3 ਗਰੁੱਪ ਨੇ 5 ਦੇ। 15 5 10 15 20 25 26 27 28। ਵੀਮਨ ਕਿੰਨੀ ਆ ਗਈਆਂ 28। ਬॉयਜ਼ ਆ ਗਏ ਜੀ 5 ਦਾ ਇੱਕ ਗਰੁੱਪ ਹੈ। ਗਰਲਸ 5 10 12। ਹਾਂਜੀ, ਇਹਨਾਂ ਨਾਲ ਟੋਟਲ ਕਰਾਂਗੇ ਤਾਂ 60 ਆਏਗਾ ਜੀ। ਤੇ ਫਸਟ ਆਰ ਦੇ ਵਿੱਚ ਹੀ ਆਪਾਂ ਨੂੰ ਪੁੱਛਿਆ ਸੀ, ਠੀਕ ਹੈ ਜੀ, ਕਿ ਕਿੰਨੇ ਆਪਣੇ ਸ਼ੌਪਰਸ ਆਏ ਆ। ਹਾਂਜੀ, ਫਿਫਥ ਸਮ, ਕੰਸਟਰਕਟ ਦਾ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਟੇਬਲ ਫॉर ਦਾ ਡਾਟਾ ਔਨ weight ਤੇ ਡਾਟਾ ਦਿੱਤਾ ਹੋਇਆ ਜੀ ਇਨ kg ਦੇ ਵਿੱਚ ਆਫ 20 ਸਟੂਡੈਂਟ ਆਫ ਅ ਕਲਾਸ ਯੂਜ਼ਿੰਗ ਇੰਟਰਵਲ। 20 ਸਟੂਡੈਂਟ ਨੇ ਕਲਾਸ ਦੇ ਵਿੱਚ, ਉਹਨਾਂ ਦਾ ਡਾਟਾ ਦਿੱਤਾ ਹੋਇਆ weight ਦਾ ਜੀ। ਇੰਟਰਵਲ ਕਿਹੜਾ
यूज़ किया 30 to 35, 35 to 40 ਐਂਡ ਸੋ ਔਨ ਰਾਈਟ। ਤੇ ਆ ਵੇਟ ਦਿੱਤਾ ਹੋਇਆ ਬੱਚਿਆਂ ਦਾ 40 48। ਉਹਨਾਂ ਨੇ ਆਪਾਂ ਨੂੰ ਮਿਨੀਮਮ ਦੇਤਾ ਕਿ ਕਿੱਥੋਂ ਸਟਾਰਟ ਹੁੰਦਾ ਹੈਗਾ ਡਾਟਾ। ਲੋਅਰ ਲਿਮਿਟ ਦੇ ਜੀ 30 to 35 ਤੇ ਮੈਕਸਿਮਮ ਆਪਾਂ ਨੂੰ ਦੇਖਣੀ ਪਏਗੀ ਕਿੰਨੀ ਹੈ ਜੀ ਮੈਕਸਿਮਮ। ਦੇਖੋ ਆਪਾਂ ਲੋਅਰ ਲਿਮਿਟ ਚੈੱਕ ਕਰੀਏ 33 31 34 31 ਆ ਜਿਹੜੀ ਉਹ ਲੋਅਰ ਲਿਮਿਟ ਹੈ ਵੇਟ ਦੀ, ਇਸੇ ਕਰਕੇ ਉਹਨਾਂ ਨੇ 30 to 35 ਸਟਾਰਟ ਕੀਤਾ ਹੈ। ਠੀਕ ਹੈ ਜੀ। ਮੈਕਸਿਮਮ ਦੇਖੋ 40 48 60 65 65 ਹੈ ਜੋ ਮੈਕਸਿਮਮ ਲਿਮਿਟ ਹੈ। ਠੀਕ ਹੈ ਜੀ। ਇਸ ਕਰਕੇ ਆਪਾਂ 32 ਸਟਾਰਟ ਕਰਕੇ 65 to 70 ਬਣਾਵਾਂਗੇ ਕਾਲਮ। ਠੀਕ ਹੈ ਜੀ। 30 to 35 35 to 40 40 to 45 45 to 50 50 to 55 55 to 60 60 to 65 and 65 to 70 65 to 70 ਕਿਉਂ ਬਣਾਇਆ ਇਹ ਤੁਹਾਨੂੰ ਦੱਸਦੇ ਹਾਂ ਕਿਉਂਕਿ ਜੋ 65 ਆਏਗਾ ਮੈਕਸਿਮਮ ਲਿਮਿਟ ਕਿੰਨੀ ਹੈ ਜੀ ਵੇਟ ਦੀ ਅਪਰ ਲਿਮਿਟ 65 ਜੋ 65 ਉਹ 65 ਇੱਕ ਜਿੱਧਰ ਹਾਇਰ ਲਿਮਿਟ ਹੈ 65 ਇੱਧਰ ਲੋਅਰ ਲਿਮਿਟ ਹੈ। ਜੋ ਇਹ ਵਾਲਾ ਨੰਬਰ ਹੈ 65 ਇੱਥੇ ਨਹੀਂ ਆ ਸਕਦਾ ਕਿਉਂਕਿ ਇੱਥੇ 64.99 ਆਏਗਾ। 65 ਜੋ ਹੈ ਉਹਦੀ ਲੋਅਰ ਲਿਮਿਟ ਚ ਆਏਗਾ 65 ਇਹ ਵਾਲੇ ਕਾਲਮ ਚ ਆਏਗਾ ਕਿਉਂਕਿ ਇੱਥੇ 65 ਲੋਅਰ ਲਿਮਿਟ ਹੈ। ਇੱਥੇ 65 ਸਟਾਰਟ ਹੋਏਗਾ 64.99 ਇੱਧਰ ਆਏਗਾ 60 to 65 ਵਾਲੇ ਕਾਲਮ 'ਚ। ਠੀਕ ਹੈ ਜੀ। ਚਲੋ ਹੁਣ ਆਪਾਂ ਵੇਟ ਕਰਦੇ ਹਾਂ ਸਟਾਰਟ ਇਸੇ ਤਰ੍ਹਾਂ ਜਿੱਦਾਂ 35 ਹੈ 35 ਹਾਇਰ ਲਿਮਿਟ 'ਚ ਨਹੀਂ ਆਏਗਾ ਲੋਅਰ ਲਿਮਿਟ 'ਚ ਆਏਗਾ। ਇੱਥੇ 34.99 ਆਏਗਾ 35 ਐਗਜ਼ੈਕਟ ਵੇਟ 35 ਇੱਥੇ ਆਏਗਾ ਜੀ। ਠੀਕ ਹੈ ਜੀ। ਸਟਾਰਟ ਕਰਦੇ ਹਾਂ ਹੁਣ ਆਪਾਂ। ਫਸਟ ਵੇਟ ਹੈ 40 ਕਿਹਦੇ 'ਚ ਆਏਗਾ ਤੁਹਾਨੂੰ ਦੱਸਿਆ ਹੈਗਾ 40 ਵੀ ਲੋਅਰ ਲਿਮਿਟ 'ਚ ਆਏਗਾ ਜੇ ਐਗਜ਼ੈਕਟ 40 ਹੈ। ਠੀਕ ਹੈ ਜੀ। 40 ਹੈ ਤਾਂ ਇੱਥੇ ਆਏਗਾ 1। ਨੈਕਸਟ ਹੈ 48 ਕਿਹਦੇ 'ਚ ਆਏਗਾ ਜੀ 45 to 50 ਦੇ ਵਿੱਚ ਰਾਈਟ। ਇੱਥੇ ਲਿਖਾਂਗੇ 33 30 to 35 ਦੇ ਵਿੱਚ 38 35 to 40 ਦੇ ਵਿੱਚ 31 ਅਗੇਨ 30 to 35 ਦੇ ਵਿੱਚ 60 ਵਾਲੇ ਕਾਲਮ ਦੇ ਵਿੱਚ ਜੀ 53 50 to 55 49 45 to 50 36 35 to 40 46 45 to 50 34 30 to 35 65 65 to 70 right lower limits 55 55 to 60 49 45 to 50 41 40 to 45 47 45 to 50 44 40 to 45 39 35 to 40 38 35 to 40 42 40 to 45 ਕਰਦੇ frequency count 30 to 35 1 2 3 35 to 40 1 2 3 4 40 to 45 1 2 3 4 45 to 50 1 2 3 4 5 50 to 55 1 55 to 60 1 60 to 65 1 65 to 70 1 ਜਦੋਂ ਆਪਾਂ ਫ੍ਰੀਕੁਐਂਸੀ ਦਾ ਟੋਟਲ ਕਰਾਂਗੇ ਤਾਂ ਆਪਣਾ 20 ਆਏਗਾ ਜੀ। ਠੀਕ ਹੈ ਜੀ। 3 + 4 7 + 4 11 + 5 16 17 18 19 20 ਜਿਨ੍ਹਾਂ ਦਾ ਵੇਟ ਦਿੱਤਾ ਹੋਇਆ ਸੀ 20 ਸਟੂਡੈਂਟ ਸੀ ਰਾਈਟ। ਆਪਣਾ ਟੋਟਲ ਹੈ ਜੋ ਸਹੀ ਹੈ। ਨੈਕਸਟ ਜੀ ਪ੍ਰਪੇਅਰ ਏ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਟੇਬਲ ਆਫ ਦਾ ਮਾਰਕਸ ਆਊਟ ਆਫ 50। ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਟੇਬਲ ਬਣਾਉਣਾ ਹੈ ਕਹਿੰਦੇ ਮਾਰਕਸ ਦਿੱਤੇ ਹੋਏ ਨੇ ਕਾਹਦੇ ਚੋਂ ਆਊਟ ਆਫ 50 ਚੋਂ ਬੱਚਿਆਂ ਦੇ obtained in the test by 60 student of class 8th ਕਲਾਸ ਦੇ 60 ਸਟੂਡੈਂਟ ਦੇ ਦੁਆਰਾ ਜੋ ਮਾਰਕਸ ਲਏ ਗਏ ਨੇ ਆਊਟ ਆਫ 50 ਉਹ ਦਿੱਤੇ ਹੋਏ ਨੇ। ਦੇਖੋ ਸਟਾਰਟ ਕੀਤੇ ਹੋਏ ਨੇ ਨੰਬਰਸ 21 10 30 22 33 5 37 12 ਐਂਡ ਸੋ ਔਨ। ਠੀਕ ਹੈ। ਸਾਰੇ ਬੱਚਿਆਂ ਦੇ ਨੰਬਰਸ ਦਿੱਤੇ ਹੋਏ ਨੇ। ਯੂਜ਼ ਕਲਾਸ ਇੰਟਰਵਲ 0 to 10 10 to 20 ਐਂਡ ਸੋ ਔਨ। ਕਹਿੰਦੇ ਕਿਹੜਾ ਇੰਟਰਵਲ ਯੂਜ਼ ਕਰਨਾ ਆਪਾਂ ਨੇ 0 to 10 10 to 20 20 to 30 ਵਾਲਾ। ਠੀਕ ਹੈ ਜੀ। ਤੇ ਮੈਕਸਿਮਮ ਆਊਟ ਆਫ ਕਿੰਨੇ ਨੇ ਨੰਬਰਸ 50 ਜੋ ਮੈਕਸਿਮਮ 50 ਹੀ ਹੋਣਗੇ ਕਿਸੇ ਬੱਚੇ ਦੇ ਰਾਈਟ। ਇਸ ਕਰਕੇ ਫਸਟ ਕਾਲਮ 'ਚ ਲਿਖਾਂਗੇ 0 to 10 ਇੰਟਰਵਲ ਰਾਈਟ 10 to 20 20 to 30 30 to 40 40 to 50 50 to 60 ਜੋ 50 ਅਗਰ ਮੈਕਸਿਮਮ ਕਿਸੇ ਬੱਚੇ ਦੀ ਨਹੀਂ ਤਾਂ ਉਹ 50 to 60 ਦੀ ਲਾਈਨ 'ਚ ਜਾਣਗੇ। ਜਿੱਦਾਂ ਤੁਹਾਨੂੰ ਦੱਸਿਆ ਸੀ ਕਿ 49.99 50 ਦੀ ਮੈਕਸਿਮਮ ਰੇਂਜ ਵਿੱਚ ਆ ਜਾਣਗੇ ਪਰ 50 ਦੀ ਜਿੱਥੇ ਲੋਐਸਟ ਰੇਂਜ ਹੈ ਉੱਥੇ 50 ਆਏਗਾ ਰਾਈਟ। ਅਤੇ ਹੈਗੇ ਨਾ ਬੱਚਿਆਂ ਦੇ ਮਾਰਕਸ 50 ਵੀ ਇਸ ਕਰਕੇ ਆਪਾਂ ਨੇ 50 to 60 ਦਾ ਕਾਲਮ ਵੀ ਬਣਾਇਆ ਹੈ। ਠੀਕ ਹੈ ਜੀ। ਫਸਟ ਕਾਲਮ ਬਣਿਆ ਮਾਰਕਸ ਓਬਟੇਨ ਦਾ, ਸੈਕੰਡ ਟੈਲੀ ਮਾਰਕਸ ਦਾ ਤੇ ਥਰਡ ਫ੍ਰੀਕੁਐਂਸੀ ਦਾ। ਹਾਂਜੀ ਕਰਦੇ ਹਾਂ ਕਾਊਂਟ ਬੱਚਿਆਂ ਦੇ ਨੰਬਰਸ 21 ਕਿੱਥੇ ਆਏਗਾ ਜੀ 21 to 30 ਦੀ ਰੇਂਜ 10 10 to 20 ਦੀ ਰੇਂਜ 30 ਅਗੇਨ 30 to 40 ਦੀ ਰੇਂਜ 20 to 30 ਰਾਈਟ 33 30 to 40 5 0 to 10 37 30 to 40 12 10 to 20 25 20 to 30 42 40 to 50 ਦੀ ਰੇਂਜ 15 10 to 20 39 30 to 40 26 20 to 30 32 30 to 40 18 again 10 to 20 27 20 to 30 28 19 29 35 31 24 36 18 18 20 38 22 44 16 24 10 27
39, 28, 49, 29, 32, 23, 31, 21, 34, 22, 23, 36, 24, 36, 33, 47, 48, 50, 39, 27, 16, 36, 45, 47, 30, 22, 17। ਹਾਂਜੀ ਹੁਣ ਟੋਟਲ ਕਰਾਂਗੇ ਟੈਲੀ ਮਾਰਕਸ ਅਤੇ ਫ੍ਰੀਕੁਐਂਸੀ ਲਿਖਾਂਗੇ। ਦੇਖੋ ਜੀ 0 ਤੋਂ 10 ਦੇ ਵਿੱਚ 1 2 ਅਗੇਨ 10 to 25 ਤੇ 10 ਦੋ ਟੇਬਲ ਨੇ 5 ਦੀ 5 10 15 20 21 21 to 30 5 10 15 16 17 18 19 30 to 40 40 to 50 5 plus 2 7 ਤੇ 50 to 61। ਠੀਕ ਹੈ ਜੀ। ਇਹਨਾਂ ਨੂੰ ਟੋਟਲ ਕਰੇ ਤਾਂ ਆਪਣੇ ਕੋਲ 60 ਬਣਨਾ ਚਾਹੀਦਾ ਕਿਉਂਕਿ ਆਪਣੇ ਕੋਲ ਟੋਟਲ ਸਟੂਡੈਂਟ ਕਿੰਨੀ ਸੀ ਜੀ 60। ਫ੍ਰੀਕੁਐਂਸੀ ਟੋਟਲ 60 ਹੋਣਾ ਚਾਹੀਦਾ। 10 plus 2 12 12 plus 21 33 33 plus 19 52 52 plus 7 59 plus 1 60। ਦੇਖੋ ਜੀ ਆਪਣੇ ਕੋਲ 60 ਸਟੂਡੈਂਟ ਸੀ ਤੇ ਆਪਣਾ ਫ੍ਰੀਕੁਐਂਸੀ ਦਾ ਟੋਟਲ ਵੀ 60 ਹੈ ਰਾਈਟ। ਹਾਂਜੀ ਨੈਕਸਟ ਸਮ the water tax bills in rupees of 30 houses in a locality are given below। ਠੀਕ ਹੈ ਜੀ। ਇੱਕ ਕਿਸੇ ਏਰੀਆ ਦੇ ਵਿੱਚ 30 ਘਰਾਂ ਦੀ ਇੱਕ ਲਿਸਟ ਬਣਾ ਕੇ ਉਹਨਾਂ ਦੇ ਵਾਟਰ ਟੈਕਸ ਬਿੱਲ ਦੇਤੇ ਜੀ। ਠੀਕ ਹੈ ਜੀ। ਕੰਸਟਰਕਟ ਅ ਗਰੁੱਪ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਵਿਦ ਕਲਾਸ ਸਾਈਜ਼ ਆਫ 10। ਠੀਕ ਹੈ ਜੀ। ਕਲਾਸ ਦਾ ਸਾਈਜ਼ ਕਿੰਨਾ ਹੋਣਾ ਚਾਹੀਦਾ ਜੀ ਕਹਿੰਦੇ 10। ਉਹਦੇ ਨਾਲ ਆਪਾਂ ਨੇ ਇੱਕ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਟੇਬਲ ਬਣਾਉਣਾ ਹੈ। ਕਲਾਸ ਦਾ ਸਾਈਜ਼ ਇਹਨਾਂ ਨੇ ਕਿਹਾ 10 ਹੋਣਾ ਚਾਹੀਦਾ ਹੈ। ਹੁਣ ਆਪਾਂ ਨੇ ਲੋਅਰ ਤੇ ਅਪਰ ਲਿਮਿਟ ਫਾਈਂਡ ਆਊਟ ਕਰਨੀ ਪੈਗੀ। ਪਹਿਲਾਂ ਤਾਂ ਕਿੰਨੀ ਹੈ ਜੀ ਦੇਖੋ ਲੋਅਰ ਲਿਮਿਟ 30 32 78 74 14 20 14 ਤੋਂ ਦੇਖੋ ਬਿਲੋ ਕੁਛ ਹੈਗਾ ਨਹੀਂ 14 ਹੈ ਜਿਹੜਾ 14 ਉਹ ਆਪਣੀ ਲੋਅਰ ਲਿਮਿਟ ਹੈ ਤੇ ਅਪਰ ਲਿਮਿਟ ਕਿੰਨੀ ਹੈ ਦੇਖੋ ਜੀ 30 32 54 78 112 ਤੋਂ ਅੱਗੇ 112 ਜੋ ਹੈ ਉਹ ਆਪਣੀ ਅਪਰ ਲਿਮਿਟ ਹੈ ਜੋ 112 ਹੈ। ਇਹਦੇ ਵਿਚਕਾਰ ਆਪਾਂ ਨੇ ਇੱਕ ਕਲਾਸ ਸਾਈਜ਼ 10 ਦਾ ਗਰੁੱਪ ਕੰਸਟਰਕਟ ਕਰਨਾ ਹੈ ਰਾਈਟ। ਫਸਟ ਆਪਾਂ ਲਿਖਾਂਗੇ ਜੀ ਕਾਲਮ ਦੇ ਵਿੱਚ ਟੈਕਸ ਬਿੱਲ ਇਨ ਰੁਪੀਸ। ਠੀਕ ਹੈ ਜੀ। ਦੂਸਰਾ ਟੈਲੀ ਮਾਰਕਸ ਥਰਡ ਫ੍ਰੀਕੁਐਂਸੀ। ਫਸਟ ਦੇ ਵਿੱਚ ਹੁਣ ਕਿਉਂਕਿ ਆਪਾਂ ਨੂੰ ਪਤਾ ਹੈ ਲੋਅਰ ਲਿਮਿਟ ਕੀ ਹੈ 14 ਤਾਂ 0 ਤੋਂ 10 ਆਪਾਂ ਨੂੰ ਬਣਾਉਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਉਹਦੇ ਵਿੱਚ ਆਪਾਂ ਨੂੰ ਪਤਾ ਹੈ ਜੋ ਹੈ ਕਿਸੇ ਘਰ ਦਾ ਕੋਈ ਬਿੱਲ ਨਹੀਂ ਹੈ। ਠੀਕ ਹੈ ਜੀ। 0 ਤੋਂ 10 ਹੈ ਜੋ ਉਹਦਾ 0 ਹੀ ਆਏਗਾ ਕਿਉਂਕਿ ਉਹਦੇ ਵਿੱਚ ਕੋਈ ਬਿੱਲ ਹੀ ਨਹੀਂ ਆਇਆ। ਠੀਕ ਹੈ। ਮਿਨੀਮਮ ਬਿੱਲ ਕਿੰਨਾ ਆਇਆ ਜੀ 14 ਰੁਪੀਸ। ਇਸ ਕਰਕੇ ਆਪਾਂ 10 to 20 ਦਾ ਕਾਲਮ ਬਣਾਵਾਂਗੇ ਫਸਟ ਕਿਉਂਕਿ ਆਪਣੇ 14 ਲਾਈਕ ਕਰਦਾ ਹੈ 10 to 20 ਦੀ ਰੇਂਜ ਦੇ ਵਿੱਚ। ਠੀਕ ਹੈ ਜੀ। ਅਪਰ ਤੇ ਲੋਅਰ ਲਿਮਿਟ ਦੇ ਵਿਚਕਾਰ ਜੋ ਵੀ ਡਿਫਰੈਂਸ ਹੈ ਉਹ ਕਲਾਸ ਦਾ ਸਾਈਜ਼ ਹੁੰਦਾ ਹੈ। ਠੀਕ ਹੈ ਜੀ। ਇਸ ਕਰਕੇ ਆਪਾਂ 10 to 20 ਦਾ ਬਣਾ ਰਹੇ ਹਾਂ 20 to 30 30 to 40 40 to 50 50 to 60 60 to 70 70 to 80 80 to 90 90 to 100 100 to 110 and 110 to 120। ਟੈਲੀ ਮਾਰਕਸ ਕੰਪਲੀਟ ਕਰਦੇ ਹਾਂ ਪਹਿਲਾਂ। ਦੇਖੋ ਜੀ ਫਸਟ ਹੈ 30 ਕਿੰਨੇ ਦੀ ਰੇਂਜ 'ਚ ਜਾਏਗਾ 30 to 40। ਠੀਕ ਹੈ ਜੀ। 32 ਅਗੇਨ 30 to 40 54 50 to 60 ਦੀ ਰੇਂਜ 45 40 to 50 ਦੀ ਰੇਂਜ 78 70 to 80 74 again 70 to 80 112 जाएगा 110 to 120 66 60 to 70 108 100 to 10 76 70 to 80 14 10 to 20 20 20 to 30 88 80 to 90 40 40 to 50 44 40 to 50 35 30 to 40 15 10 to 20 66 60 to 70 95 90 to 100 84 80 to 90 75 70 to 80 96 90 to 100 110 110 to 120 74 70 to 80 88 80 to 90 100 to 100 to 110 34 30 to 40 14 10 to 20 110 44 40 to 50। ਹਾਂਜੀ ਹੁਣ ਤਾਂ ਆਪਾਂ ਫ੍ਰੀਕੁਐਂਸੀ ਕੱਢਾਂਗੇ ਇਦਾਂ ਹੀ ਟੈਲੀ ਮਾਰਕਸ ਨੂੰ ਕਾਊਂਟ ਕਰਾਂਗੇ 1 2 3 ਬਸ 10 to 20 ਦੀ ਰੇਂਜ 'ਚ ਆ ਗਈ 3 ਸੈਕਿੰਡ 1 20 to 30 ਦੀ ਰੇਂਜ 30 to 40 4 40 to 50 4 50 to 60 1 60 to 70 2 70 to 85 80 to 90 3 90 to 100 2 100 to 10 2 110 to 123। ਹਾਂਜੀ ਕਰਦੇ ਹਾਂ ਟੋਟਲ ਫ੍ਰੀਕੁਐਂਸੀ ਦਾ 3 plus 1 4 4 plus 4 8 8 plus 4 12 1 13 2 15 15 plus 5 20 23 25 27 ਤੇ 3 30। ਕਿੰਨੇ ਹਾਊਸਸ ਦਿੱਤੇ ਹੋਏ ਸੀ ਆਪਾਂ ਨੂੰ ਕਿੰਨੇ ਹਾਊਸਸ ਦਾ ਬਿੱਲ ਸੀ 30 ਹਾਊਸਸ ਦਾ ਰਾਈਟ ਤੇ ਆਪਣਾ ਫ੍ਰੀਕੁਐਂਸੀ ਦਾ ਟੋਟਲ ਵੀ ਕੀ ਹੈ 30। ਹਾਂਜੀ ਨੈਕਸਟ ਸਮ ਕੰਸਟਰਕਟ a frequency table with a class interval 0 to 5 5 to 10 and so on of the following marks obtained by a group
ਗਰੁੱਪ ਆਫ 30 ਸਟੂਡੈਂਟ ਇਨ ਏ ਟੈਸਟ। ਇੱਕ ਟੈਸਟ ਹੈ, ਉਹਦੇ ਵਿੱਚ 30 ਸਟੂਡੈਂਟ ਨੇ ਜਿੰਨੇ ਮਾਰਕਸ ਲਏ ਨੇ ਉਹਦਾ ਟੇਬਲ ਬਣਾਉਣਾ ਹੈ, ਫ੍ਰੀਕੁਐਂਸੀ ਟੇਬਲ ਬਣਾਉਣਾ ਹੈ ਕਹਿੰਦੇ। ਤੇ ਉਹਦੇ ਵਿੱਚ ਇੰਟਰਵਲ ਕਿਹੜਾ ਦਿੱਤਾ ਇਹਨਾਂ ਨੇ 0 to 5, 5 to 10 ਦਾ। ਠੀਕ ਹੈ ਜੀ। ਸਟਾਰਟਿੰਗ ਇਹਨਾਂ ਨੇ ਦੇਤੀ 0 to 5 ਕਰਨੀ ਆਪਾਂ ਨੇ, ਤੇ ਮੈਕਸਿਮਮ ਆਪਾਂ ਨੂੰ ਦੇਖਣਾ ਪਊਗਾ ਕਿ ਕਿੰਨੀ ਅਪਰ ਲਿਮਿਟ ਹੈ ਆਪਣੇ ਕੋਲ, ਉਹਦੇ ਹਿਸਾਬ ਨਾਲ ਆਪਣੀ ਮੈਕਸਿਮਮ ਰੇਂਜ ਆਏਗੀ ਜੀ ਟੇਬਲ ਦੀ। 10, 7, 15, 25 ਮੈਕਸਿਮਮ ਕਿੰਨਾ ਹੈ ਜੀ 50 ਹੈ ਜੋ ਮੈਕਸ ਹੈ, ਰਾਈਟ। ਇਸ ਕਰਕੇ 50 to 55 ਆਪਣੀ ਮੈਕਸਿਮਮ ਲਿਮਿਟ ਹੋਏਗੀ, ਕਿਉਂਕਿ 50 ਹੈ ਜੋ ਵੇਰੀ ਕਰੇਗਾ 50 to 55। ਠੀਕ ਹੈ ਜੀ। ਫਸਟ ਕਾਲਮ 'ਚ ਲਿਖਦੇ ਹਾਂ ਮਾਰਕਸ 0 to 5, 5 to 10, 10 to 15 ਅਪ ਟੂ ਰਾਈਟ 50 to 55 ਆ ਜਾਏਗਾ ਇਹ। ਤੇ ਟੈਲੀ ਮਾਰਕਸ ਆ ਜਾਣਗੇ, ਇੱਥੇ ਫ੍ਰੀਕੁਐਂਸੀ ਆ ਜਾਊਗੀ। ਲਿਖਦੇ ਹਾਂ ਟੈਲੀ ਮਾਰਕਸ, ਦੇਖੋ 10 ਕਿਹਦੇ ਚ ਲਾਈ ਕਰੇਗਾ 10 to 15 ਦੀ ਰੇਂਜ। 5 to 10 ਦੇ ਵਿੱਚ ਨਹੀਂ ਆਏਗਾ, 10 to 15 ਆਏਗਾ, ਕਿਉਂਕਿ ਇੱਥੇ ਕੀ ਆਏਗਾ 9.99 ਆਏਗਾ ਜੀ। ਜੋ 10 ਹੈ ਉਹ 10 to 15, ਜਿੱਥੇ 10 ਲੋਅਰ ਲਿਮਿਟ ਹੈ। 7 5 to 10 ਦੀ ਰੇਂਜ, 5 ਅਗੇਨ 5 to 10 ਦੀ ਰੇਂਜ, 12 10 to 15, 0 0 to 5। ਨੈਕਸਟ 15 to 20 ਦੀ ਰੇਂਜ, 25 to 30, 20 to 25, 22 again 20 to 25, 27 25 to 30, 17 15 to 20, 11 10 to 15, 8 5 to 10, 9 5 to 10, 6 5 to 10, 17 15 to 20, 23 20 to 25, 19 again 15 to 20, 23 20 to 25, 19 31 30 to 35, 21 20 to 25, 29 25 to 30, 37 35 to 40, 31 30 to 35, 35 35 to 40, 45 45 to 50, 40 40 to 45, 49 45 to 50, 42 40 to 45, 50 50 to 55 and 16। ਤੁਹਾਨੂੰ ਥੋੜਾ ਜਿਹਾ ਡਿਫਿਕਲਟ ਲੱਗ ਸਕਦਾ ਹੈ, ਲਾਈਕ ਜਦੋਂ ਆਪਾਂ ਕਾਊਂਟਿੰਗ ਕਰਦੇ ਹਾਂ ਕਈ ਵਾਰ ਕੋਈ ਨੰਬਰ ਮਿਸ ਹੋ ਜਾਂਦਾ ਹੈ, ਕਈ ਵਾਰ ਕੋਈ ਨੰਬਰ ਆਪਾਂ ਗਲਤ ਉਹਦੇ 'ਚ ਰੋ 'ਚ ਲਿਖ ਸਕਦੇ ਹਾਂ। ਬਹੁਤ ਹੀ ਧਿਆਨ ਨਾਲ ਨੰਬਰਸ ਨੂੰ, ਜੋ ਇੰਟਰਵਲ ਵਾਲੇ ਸਪੈਸ਼ਲੀ ਸਾਹਮਣੇ ਉਹਦੇ ਵਿੱਚ ਬਹੁਤ ਧਿਆਨ ਨਾਲ ਲਿਖਣਾ ਹੈ ਕਿ ਕਿਹੜੇ ਇੰਟਰਵਲ ਦੇ ਵਿੱਚ ਕਿਹੜੀ ਵੈਲਿਊ ਜਾਏਗੀ, ਤੇ ਉਹਦਾ ਜੋ ਟੋਟਲ ਹੈ ਤੁਹਾਨੂੰ ਪਤਾ ਹੈ ਉਹ ਇਕੁਅਲ ਹੋਣਾ ਚਾਹੀਦਾ। ਜਿੱਦਾਂ ਕਿ ਹੁਣ ਇਹਦੇ ਵਿੱਚ ਫ੍ਰੀਕੁਐਂਸੀ ਦਾ ਟੋਟਲ ਹੈ ਜੋ ਉਹ 30 ਦੇ ਇਕੁਅਲ ਹੋਣਾ ਚਾਹੀਦਾ, ਅਦਰਵਾਈਜ਼ ਤੁਹਾਡਾ ਸਮ ਰੋਂਗ ਹੈ ਜੀ। ਕਾਊਂਟ ਕਰਦੇ ਹਾਂ ਆਪਾਂ ਫ੍ਰੀਕੁਐਂਸੀ 0 to 5 ਦੇ ਇੰਟਰਵਲ ਦੇ ਵਿੱਚ 1 5 to 10 5 10 to 15 3 15 to 25 20 to 25 4 25 to 30 3 30 to 35 2 35 to 40 2 40 to 45 2 40 to 45 to 52 and 50 to 51 1। टोटल काउंट करो जी। 5 plus 1 6 6 plus 3 9 9 plus 5 14 14 plus 4 18 18 plus 3 21 21 plus 2 23 23 plus 2 25 plus 2 27 plus 2 29 plus 1 30। ठीक है जी, ਤੁਹਾਡਾ ਸਮ ਸਹੀ ਹੈ। ਨੈਕਸਟ ਕੀ ਹੈ ਜੀ MCQs। ਫਸਟ ਵਨ ਹੈ ਦ ਅਪਰ ਲਿਮਿਟ ਆਫ 20 to 30 ਇਜ਼। ਜੀ ਇੰਟਰਵਲ ਦੇ ਵਿੱਚ ਜੋ ਲੋਅਰ ਲਿਮਿਟ ਹੋਏਗੀ, ਜਿੱਦਾਂ 20 ਹੈ ਇੱਥੇ ਉਹ ਲੋਅਰ ਲਿਮਿਟ ਹੈ ਤੇ 30 ਅਪਰ ਲਿਮਿਟ ਹੈ। ਅਪਰ ਲਿਮਿਟ ਹੋਏਗੀ ਜੋ ਮੈਕਸਿਮਮ ਵਾਲੀ ਹੈ ਤੇ ਲੋਅਰ ਲਿਮਿਟ ਜੋ ਮਿਨੀਮਮ ਵਾਲੀ ਹੈ। ਠੀਕ ਹੈ ਜੀ। ਇੱਥੇ ਦੇਖੋ ਅਪਰ ਲਿਮਿਟ ਪੁੱਛ ਰਹੇ ਨੇ ਤਾਂ ਕੀ ਹੈ 20 to 30 30 ਹੈ ਜੀ। ਐਂਡ ਦ ਸੈਕੰਡ ਸਮ ਦ ਲੋਅਰ ਲਿਮਿਟ ਆਫ 25 to 35 ਇਜ਼। ਲੋਅਰ ਲਿਮਿਟ ਪੁੱਛ ਰਹੇ ਨੇ ਜੀ 25 ਤੋਂ 35 ਤੱਕ ਦੀ, ਕੀ ਹੈ ਜੀ 25। ਦ ਕਲਾਸ ਸਾਈਜ਼ ਆਫ 40 to 60 ਇਜ਼। ਕਲਾਸ ਸਾਈਜ਼ ਕੀ ਹੁੰਦਾ ਹੈ ਜੀ ਡਿਫਰੈਂਸ ਬਿਟਵੀਨ ਦਾ ਇੰਟਰਵਲ 40 to 60 ਦੇ ਵਿਚਕਾਰ। ਹਾਇਰ ਵਿੱਚੋਂ ਲੋਅਰ ਵਾਲਾ ਮਾਈਨਸ ਕਰ ਦਾਂਗੇ, 60 ਚੋਂ 40 ਮਾਈਨਸ ਕਰਕੇ ਕਲਾਸ ਸਾਈਜ਼ ਆ ਜਾਏਗਾ। ਕਿੰਨਾ ਆ ਜਾਏਗਾ ਜੀ 60 minus 40 20। ਆਪਣਾ ਆਂਸਰ ਕੀ ਹੈ ਜੀ B ਇਜ਼ ਦ ਰਾਈਟ ਆਂਸਰ 20। ਦ ਕਲਾਸ ਮਾਰਕਸ ਆਫ fourth sum ਦ ਕਲਾਸ ਮਾਰਕਸ ਆਫ 100 to 150 ਇਜ਼। ਠੀਕ ਹੈ ਜੀ। ਨੰਬਰ 100 120 150 120। ਕਲਾਸ ਮਾਰਕਸ ਕਿੱਦਾਂ ਕੱਢਾਂਗੇ ਜੀ ਲੋਅਰ ਲਿਮਿਟ ਪਲੱਸ ਅਪਰ ਲਿਮਿਟ ਡਿਵਾਈਡਡ ਬਾਈ 2। ਇਹਨਾਂ ਦਾ ਜੋ ਆਪਾਂ ਕਹਿੰਦੇ ਹਾਂ ਐਵਰੇਜ ਆ ਜਾਏਗੀ ਇਹਦੀ। ਠੀਕ ਹੈ ਜੀ। 100 ਤੇ 150 ਦੀ ਐਵਰੇਜ ਆਏਗੀ। 100 plus 150 divided by 2 ਕਿੰਨਾ ਆ ਜਾਏਗੀ ਜੀ 250 divided by 2 125। D is the right answer 125। next sum the class of 0 to 10 10 to 20 20 to 30 are। ਠੀਕ ਹੈ ਜੀ। ਕੰਟੀਨਿਊਸ ਨੇ, ਡਿਸਕੰਟੀਨਿਊਸ ਨੇ, ਇਨਸਫੀਸ਼ੀਐਂਟ ਡਾਟਾ ਹੈ ਜਾਂ ਅਨਗਰੁੱਪਡ ਡਾਟਾ ਹੈ। ਇਹ ਗਰੁੱਪਡ ਡਾਟਾ ਹੈ। ਠੀਕ ਹੈ ਜੀ। ਕੰਟੀਨਿਊਸ ਹੈ ਜਾਂ ਡਿਸਕੰਟੀਨਿਊਸ। ਅਗਰ ਲਗਾਤਾਰ ਚੱਲ ਰਿਹਾ ਦੇਖੋ ਜੀ 0 to 10 10 to 20 20 to 30 ਤਾਂ ਇਹ ਕੰਟੀਨਿਊਸ ਆ। ਅਗਰ ਇਹਨਾਂ ਦੇ ਵਿਚਕਾਰ ਕੋਈ ਇੰਟਰਵਲ ਮਿਸਿੰਗ ਹੋਣ, ਜਿੱਦਾਂ ਕਿ ਹੋ ਸਕਦਾ 0 to 10 20 to 30 40 to 50 ਦੈਨ ਇਹ ਡਿਸਕੰਟੀਨਿਊਸ ਹੋਏਗਾ। ਬਟ ਰਾਈਟ ਨਾਓ ਇਹ ਕੀ ਹੈ 0 to 10 10 to 20 ਇਹ ਕੰਟੀਨਿਊਸ ਹੈ। 6 ਸਮਝੀ ਡੈਸ਼ ਗਿਵਸ ਦ ਨੰਬਰ ਆਫ ਟਾਈਮਸ ਏ ਪਰਟੀਕੂਲਰ ਐਂਟਰੀ ਅਕਰਸ ਇਨ ਦਾ ਗਿਵਨ ਡਾਟਾ। ਕਿਸ ਚੀਜ਼ ਤੋਂ ਪਤਾ ਲੱਗਦਾ ਹੈ ਕਿ ਪਰਟੀਕੂਲਰ ਐਂਟਰੀ ਹੈ ਜਿਹੜੀ ਉਹ ਗਿਵਨ ਡਾਟਾ ਦੇ ਵਿੱਚ ਕਿੰਨੇ ਟਾਈਮ ਹੋਈ ਆ ਕੋਈ ਐਂਟਰੀ। ਫ੍ਰੀਕੁਐਂਸੀ, ਲੋਅਰ ਲਿਮਿਟ, ਅਪਰ ਲਿਮਿਟ ਜਾਂ ਕਲਾਸ ਮਾਰਕ। ਫ੍ਰੀਕੁਐਂਸੀ ਤੋਂ ਪਤਾ ਲੱਗਦਾ ਜੀ। ਫ੍ਰੀਕੁਐਂਸੀ ਦੱਸਦੀ ਆਪਾਂ ਨੂੰ ਕੋਈ ਐਂਟਰੀ ਹੈ ਜਿਹੜੀ ਉਹ ਕਿੰਨੀ ਟਾਈਮ ਹੋਈ ਆ। ਨੈਕਸਟ ਸਮ
If 50 to 60 is a class interval of grouped data, then the lower class limit is, ठीक है जी, 50 to 60 इंटरवल है ग्रुप डाटा ਦਾ ਤਾਂ ਲੋਅਰ ਕਲਾਸ ਕੀ ਹੋਗੀ ਜੀ, ਦੇਖੋ 50, ਰਾਈਟ, 50 is the right answer. 8th one, tally marks are used to find which of the following. tally marks ਕੀ find out ਕਰਨ ਲਈ ਆਪਾਂ use ਕਰਦੇ ਆ, frequency, lower limit, upper limit, none of these. frequency, right, tally marks count ਕਰਕੇ ਆਪਾਂ frequency ਦੱਸਦੇ ਹਾਂ ਕਿ ਇੰਨੀ ਹੈ. ਇਹਦਾ ਨੈਕਸਟ ਪਾਰਟ ਹੈ ਜੀ, ਸਟੱਡੀ ਦਾ ਫੋਲੋਇੰਗ frequency distribution table and answer the following. ਠੀਕ ਹੈ ਜੀ, ਆਪਾਂ ਨੂੰ ਇੱਕ frequency distribution table ਦੇਤਾ, class interval ਦੱਸਤਾ ਜੀ 5 to 10, 10 to 15, 15 to 20, right, and so on, and frequency ਦੇਤੀ ਉਹਦੀ. ਆਪਾਂ ਇਹਨੂੰ ਦੇਖ ਕੇ ਨੀਚੇ ਵਾਲੇ ਸਮਸ ਦਾ ਆਨਸਰ ਦੇਣਾ. ਦਿਸ A. What is the size of the class interval? class interval ਦਾ ਸਾਈਜ਼ ਕੀ ਆ? 5, 10, 15, 20. ਸਾਈਜ਼ ਕੀ ਹੁੰਦਾ ਹੈ ਜੀ? ਡਿਫਰੈਂਸ ਅਪਰ ਲਿਮਿਟ ਤੇ ਲੋਅਰ ਲਿਮਿਟ ਦੇ ਵਿਚਕਾਰ, ਰਾਈਟ, ਕਿੰਨਾ ਹੈ? 5 to 10 ਦੇ ਵਿਚਕਾਰ ਕਿੰਨਾ ਦਾ ਡਿਫਰੈਂਸ ਹੈ? 5. ਇਸ ਕਰਕੇ A is the right answer. Next one, which class has the highest frequency? highest frequency ਕਿਸ ਕਲਾਸ ਦੀ ਹੈ? ਦੇਖੋ ਜੀ 25 highest frequency ਹੈ, ਰਾਈਟ, ਇੱਥੇ ਤੇ ਕਿਸ ਦੀ ਹੈ? 15 to 20 ਦੇ ਗਰੁੱਪ ਦੀ ਹੈ. B is the right answer for B. and C ਦੇ ਲਈ ਦੇਖੋ, which class has the lowest frequency? lowest frequency ਕਿੰਨੀ ਹੈ ਜੀ? 8, 10, 25, 10, 12, 6. 6 is the lowest. ਤੇ ਕਿਹੜੇ ਗਰੁੱਪ ਦੇ ਲਈ ਆ? 30 to 35 ਲਈ. 30 to 35. ਕੀ ਆਨਸਰ ਆ ਗਿਆ ਜੀ? 30 to 35. which class has the same frequency? ਕਿਹੜੀ ਕਿਹੜੀ ਕਲਾਸ ਦੀ ਸੇਮ ਫ੍ਰੀਕੁਐਂਸੀ ਹੈ? ਦੇਖੋ 10 ਦੀ ਉਹ ਸੇਮ ਹੈ ਫ੍ਰੀਕੁਐਂਸੀ, ਤੇ ਕਿਹੜੀ ਕਲਾਸ ਦੀ ਆ? 10 to 15 and 20 to 25. 10 to 15 and 20 to 25. D is the right answer. Thank you.